बिस्मिल्लाहिर्रहमानिर्रहीम। एक आदमी फौत हो गया। ਉਹਦੇ ਫੌਤ ਹੋਣ ਤੋਂ ਬਾਅਦ ਉਹਨਾਂ ਦੇ ਜਿਹੜੇ ਘਰੇਲੂ ਹਾਲਾਤ ਸੀ ਉਹ ਕਾਫੀ ਕਮਜ਼ੋਰ ਹੋ ਗਏ। ਇੱਕ ਬੇਟਾ ਸੀ। ਇੱਕ ਦਿਨ ਉਹ ਜਿਹੜਾ ਬੱਚਾ ਸੀ ਜਿਹੜਾ ਯਤੀਮ ਹੋ ਗਿਆ ਸੀ, ਉਸ ਦੀ ਮਾਂ ਨੇ ਉਹਨੂੰ ਇੱਕ ਹਾਰ ਦਿੱਤਾ ਤੇ ਉਹਨੂੰ ਕਿਹਾ ਵੀ ਜਾ ਇਹ ਹਾਰ ਆਪਦੇ ਚਾਚੇ ਕੋਲ ਲੈ ਜਾ। ਉਹਦਾ ਚਾਚਾ ਸੁਨਿਆਰਿਆਂ ਦਾ ਕੰਮ ਕਰਦਾ ਸੀ ਤੇ ਉਹਨੇ ਦੁਕਾਨ ਬਣਾਈ ਸੀ। ਉਹਦੀ ਮਾਂ ਨੇ ਉਹਨੂੰ ਹਾਰ ਦਿੱਤਾ, ਕਿਹਾ ਵੀ ਆਪਦੇ ਚਾਚੇ ਕੋਲ ਲੈ ਜਾ ਤੇ ਉਸ ਨੂੰ ਕਹਿ ਜਾ ਕੇ ਵੀ ਇਹਨੂੰ ਜਿਹੜਾ ਨਾ ਫਰੋਖਤ ਕਰ ਦਿਓ। ਘਰ ਦੇ ਹਾਲਾਤ ਕਾਫੀ ਕਮਜ਼ੋਰ ਨੇ ਤੇ ਜਿਹੜੇ ਇਹਦੇ ਪੈਸੇ ਬਣਨ ਉਹ ਸਾਨੂੰ ਦੇ ਦੇਵੋ ਤਾਂ ਕਿ ਅਸੀਂ ਆਪਦਾ ਗੁਜ਼ਾਰਾ ਜਿਹੜਾ ਹੈ ਉਹ ਅੱਛਾ ਕਰ ਸਕੀਏ। ਉਸ ਦੇ ਚਾਚੇ ਨੇ ਹਾਰ ਲਿਆ। ਹਾਰ ਨੂੰ ਵੇਖ ਕੇ ਤੇ ਉਹ ਬੱਚੇ ਨੂੰ ਕਹਿੰਦਾ ਵੀ ਇਹ ਹਾਰ ਜਾ ਕੇ ਤੇ ਆਪਦੀ ਅੰਮਾ ਨੂੰ ਦੇ ਦਿਓ, ਉਹਨੂੰ ਕਹੋ ਵੀ ਬਾਜ਼ਾਰ ਮੰਦਾ ਹੈ, ਇਸ ਵਕਤ ਹਾਰ ਜਿਹੜਾ ਹੈ ਅੱਛੀ ਕੀਮਤ ਦੇ ਵਿੱਚ ਫਰੋਖਤ ਨਹੀਂ ਹੋਣਾ, ਤੁਸੀਂ ਹਾਰ ਘਰ ਰੱਖ ਲਵੋ ਤੇ ਜਦੋਂ ਬਾਜ਼ਾਰ ਤੇਜ਼ ਹੋਇਆ ਮੈਂ ਹਾਰ ਦੁਬਾਰਾ ਮੰਗਾ ਲਵਾਂਗਾ ਤੁਹਾਡੇ ਕੋਲੋਂ ਤੇ ਫਿਰ ਫਰੋਖਤ ਕਰਾਂਗੇ। ਦੂਸਰਾ ਉਸ ਬੱਚੇ ਨੂੰ ਕਿਹਾ ਵੀ ਤੂੰ ਬੇਟਾ ਇੱਥੇ ਮੇਰੀ ਦੁਕਾਨ ਤੇ ਆ ਜਾਇਆ ਕਰ ਤੇ ਤੈਨੂੰ ਮੈਂ ਸੁਨਿਆਰਿਆਂ ਦਾ ਵੱਲ ਸਿਖਾ ਦੇਵਾਂਗਾ ਤੇ ਉਸ ਤੋਂ ਬਾਅਦ ਤੂੰ ਆਪਣੀ ਅਲੱਗਾ ਦੁਕਾਨ ਬਣਾ ਲਵੇਂ ਤੇ ਜਿਹੜੇ ਤੁਹਾਨੂੰ ਫਿਕਰ ਘਰ ਦੇ ਖਰਚੇ ਦੀ, ਤੂੰ ਇੱਥੇ ਦੁਕਾਨ ਤੇ ਆ ਜਾਇਆ ਕਰ ਤੇ ਖਰਚੇ ਦੀ ਫਿਕਰ ਨਾ ਕਰੇ। ਮੈਂ ਇਨਸ਼ਾਅੱਲਾ ਉਹ ਖਰਚਾ ਜਿਹੜਾ ਘਰ ਭੇਜਾਂ ਕਰਾਂਗਾ ਜਿੰਦੇ ਨਾਲ ਤੁਹਾਡਾ ਗੁਜ਼ਾਰਾ ਹੋ ਜਾ ਕਰੇ। ਉਹ ਬੱਚੇ ਨੇ ਜਾ ਕੇ ਘਰ ਦੱਸਿਆ, ਹਾਰ ਵਾਪਸ ਕੀਤਾ ਤੇ ਉਸ ਤੋਂ ਬਾਅਦ ਚਾਚੇ ਦੀ ਗੱਲ ਦੱਸੀ ਵੀ ਚਾਚਾ ਆਂਦਾ ਸੀ ਮੇਰੀ ਦੁਕਾਨ ਤੇ ਆ ਜਾਇਆ ਕਰ ਤੇ ਮੈਂ ਤੈਨੂੰ ਸੁਨਿਆਰਿਆਂ ਦਾ ਵੱਲ ਸਿਖਾਵਾਂਗਾ। ਮਾਂ ਨੇ ਜਦੋਂ ਇਹ ਗੱਲ ਸੁਣੀ ਐਗਰੀ ਹੋ ਗਈ। ਪੁੱਤਰ ਨੂੰ ਕਿਹਾ ਵੀ ਤੂੰ ਆਪਦੇ ਚਾਚੇ ਕੋਲ ਚਲਾ ਜਾਇਆ ਕਰ। ਉਹ ਬੱਚਾ ਹੁਣ ਆਪਦੇ ਚਾਚੇ ਕੋਲ ਜਾ ਕੇ ਤੇ ਉਤੋਂ ਸੁਨਿਆਰਿਆਂ ਦਾ ਵੱਲ ਸਿੱਖਦਾ ਸੀ। ਇੱਕ ਦਿਨ ਹੋਰ, ਦੂਸਰਾ ਹੋਰ, ਤੀਸਰਾ ਹੋਰ। ਕੁਝ ਵਕਤ ਤੋਂ ਬਾਅਦ ਉਹ ਕਾਰੀਗਰ ਹੋ ਗਿਆ। ਇਸ ਅਰਸੇ ਦੇ ਦੌਰਾਨ ਜਿਹੜਾ ਘਰ ਦਾ ਖਰਚਾ ਸੀ ਉਹ ਇਹ ਚਾਚਾ ਹੀ ਪੂਰਾ ਕਰਦਾ ਰਿਹਾ। ਜਦੋਂ ਉਹ ਬੰਦਾ ਕਾਰੀਗਰ ਹੋ ਗਿਆ ਤੇ ਉਸ ਤੋਂ ਬਾਅਦ ਉਸ ਨੇ ਕਿਹਾ ਵੀ ਪੁੱਤਰ ਉਹ ਜਿਹੜਾ ਤੂੰ ਹਾਰ ਇੱਕ ਦਫਾ ਲਿਆਂਦਾ ਸੀ ਉਹ ਜਾ ਕੇ ਆਪਦੀ ਅੰਮਾ ਨੂੰ ਕਹਿ ਵੀ ਉਹ ਹਾਰ ਦੇਵੇ ਤੇ ਆਪਾਂ ਮਾਰਕੀਟ ਦੇ ਵਿੱਚ ਫਰੋਖਤ ਕਰ ਦਈਏ, ਇਸ ਟਾਈਮ ਬਾਜ਼ਾਰ ਦੇ ਵਿੱਚ ਤੇਜ਼ੀ ਹੈ। ਉਹ ਗਿਆ ਬੱਚਾ ਤੇ ਜਾ ਕੇ ਆਪਣੀ ਅੰਮਾ ਨੂੰ ਕਹਿੰਦਾ ਵੀ ਅੰਮਾ ਚਾਚਾ ਕਹਿੰਦਾ ਸੀ ਵੀ ਉਹ ਹਾਰ ਜਿਹੜਾ ਨਾ ਉਹ ਦਿਓ ਤੇ ਉਹਨੂੰ ਨਾ ਫਰੋਖਤ ਕਰੀਏ। ਜਿਸ ਵਕਤ ਉਹ ਮਾਂ ਨੇ ਹਾਰ ਕੱਢ ਕੇ ਤੇ ਪੁੱਤਰ ਦੀ ਤਲੀ ਦੇ ਉੱਤੇ ਰੱਖਿਆ ਤੇ ਪੁੱਤਰ ਨੇ ਵੇਖਿਆ ਹਾਰ ਨੂੰ ਤੇ ਉਹ ਹਾਰ ਨਕਲੀ ਸੀ। ਉਹਨੂੰ ਪਹਿਚਾਨ ਇਸ ਵਾਸਤੇ ਹੋ ਗਈ ਵੀ ਹੁਣ ਉਹ ਸੁਨਿਆਰਾ ਬਣ ਗਿਆ ਸੀ, ਉਹਨੇ ਵੱਲ ਸਿੱਖ ਲਿਆ ਸੀ। ਅਸਲ ਤੇ ਨਕਲ ਸੋਨੇ ਦੀ ਪਹਿਚਾਨ ਉਹਨੇ ਸਿੱਖ ਲਈ ਸੀ, ਲੇਕਿਨ ਜਿਸ ਵਕਤ ਉਹ ਪਹਿਲੀ ਦਫਾ ਲੈ ਕੇ ਆਇਆ ਸੀ ਉਦੋਂ ਉਹਨੂੰ ਪਤਾ ਨਹੀਂ ਸੀ ਲੱਗਾ। ਉਹ ਹਾਰ ਉਹਨੇ ਅੰਮਾ ਨੂੰ ਉੱਥੇ ਹੀ ਵਾਪਸ ਕਰ ਦਿੱਤਾ ਤੇ ਜਾ ਕੇ ਚਾਚੇ ਨੂੰ ਕਹਿੰਦਾ ਹੈ ਵੀ ਚਾਚਾ ਜੀ ਉਹ ਹਾਰ ਨਕਲੀ ਹੈ। ਚਾਚੇ ਨੇ ਕਿਹਾ ਵੀ ਉਹ ਹਾਰ ਬਿਲਕੁਲ ਨਕਲੀ ਸੀ, ਜਦੋਂ ਤੂੰ ਪਹਿਲੀ ਦਫਾ ਵੀ ਲੈ ਕੇ ਆਇਆ ਸੈਂ ਤੇ ਉਦੋਂ ਮੈਂ ਉਹਨੂੰ ਵੇਖ ਲਿਆ ਸੀ ਪਹਿਲੀ ਨਜ਼ਰ ਦੇ ਵਿੱਚ ਹੀ, ਮੈਂ ਫਰੋਖਤ ਇਸ ਵਾਸਤੇ ਹੀ ਉਹਨੂੰ ਨਹੀਂ ਸੀ ਕੀਤਾ ਤੇ ਦੱਸਿਆ ਮੈਂ ਇਸ ਵਾਸਤੇ ਨਹੀਂ ਸੀ ਵੀ ਉਸ ਵਕਤ ਤੈਨੂੰ ਤਾਂ ਇਹ ਪਹਿਚਾਨ ਨਹੀਂ ਸੀ, ਹਾਲਾਤ ਨਾਸਾਜ਼ਗਾਰ ਸੀ। ਅਗਰ ਤੂੰ ਜਾ ਕੇ ਆਪਣੀ ਅੰਮਾ ਨੂੰ ਕਹਿੰਦਾ ਵੀ ਚਾਚਾ ਕਹਿੰਦਾ ਵੀ ਇਹ ਹਾਰ ਨਕਲੀ ਹੈ ਤੇ ਉਹ ਜਜ਼ਬਾਤੀ ਹੋ ਜਾਂਦੀ, ਤੈਨੂੰ ਵੀ ਜਜ਼ਬਾਤੀ ਕਰਦੀ ਵੀ ਇੱਕ ਸਾਡੇ ਹਾਲਾਤ ਕਮਜ਼ੋਰ ਨੇ, ਦੂਜਾ ਇਹ ਹਾਰ ਹੈ ਜਿਹੜਾ ਚੰਗਾ ਭਲਾ ਹਾਰ ਹੈ ਤੇ ਇਹ ਸਾਨੂੰ ਕਹਿੰਦਾ ਵੀ ਨਕਲੀ ਹੈ। ਇਸ ਗੱਲ ਤੋਂ ਜਿਹੜਾ ਰਿਜ਼ਲਟ ਨਿਕਲਦਾ ਹੈ ਉਹ ਇਹ ਹੈ, ਕੁਝ ਗੱਲਾਂ ਹੁੰਦੀਆਂ ਨੇ ਉਹ ਵਕਤ ਤੇ ਜਾ ਕੇ ਕਰਨੀਆਂ ਪੈਂਦੀਆਂ ਨੇ, ਐਡਵਾਂਸ ਉਹ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ। ਕੁਝ ਸਹੀ ਗੱਲਾਂ ਵੀ ਜਿਹੜੀਆਂ ਨੇ ਉਹਨਾਂ ਨੂੰ ਅਗਰ ਬੰਦਾ ਲੇਟ ਕਰ ਦੇਵੇ ਤੇ ਜਦੋਂ ਉਹਨਾਂ ਦਾ ਸਹੀ ਮਾਹੌਲ ਬਣੇ ਜਾਂ ਸਹੀ ਉਹਨਾਂ ਦਾ ਜਦੋਂ ਵਕਤ ਆਵੇ ਉਸ ਵਕਤ ਕਰ ਦੇਣੀਆਂ ਚਾਹੀਦੀਆਂ। ਇੱਕ ਮੈਂ ਨਸੀਹਤ ਉਹਨਾਂ ਬੱਚਿਆਂ ਨੂੰ ਕਰਾਂਗਾ ਜਿਨ੍ਹਾਂ ਦੇ ਅੱਬੂ ਫੌਤ ਹੋ ਗਏ। ਅੱਲਾਹ ਤਾਲਾ
ਸਭ ਦੇ ਅੱਬੂ ਜਿਹੜੇ ਨੇ ਉਹਨਾਂ ਨੂੰ ਸਲਾਮਤ ਰੱਖੇ, ਉਹਨਾਂ ਦੀ ਜ਼ਿੰਦਗੀ ਜਿਹੜੀ ਏ ਉਹ ਆਪਣੇ ਸਾਏ ਦੇ ਥੱਲੇ ਹੀ ਗੁਜ਼ਾਰਨ ਦੀ ਤੌਫੀਕ ਦੇਵੇ, ਤੇ ਸਾਰਿਆਂ ਦੇ ਵਾਲਦੈਨ ਨੂੰ ਅੱਲਾ ਸਿਹਤ ਤੇ ਤੰਦਰੁਸਤੀ ਦੇਵੇ। ਗੱਲ ਜਿਹੜੀ ਮੈਂ ਕਰਨੀ ਹੈ ਉਹ ਇਹ ਹੈ ਕਿ ਜੇ ਜਿਨ੍ਹਾਂ ਬੱਚਿਆਂ ਦੇ ਅੱਬੂ ਫੌਤ ਹੋ ਜਾਵਣ, ਆਪਣੇ ਚਾਚਿਆਂ ਦੇ ਨਾਲ ਅੱਛਾ ਸਲੂਕ ਕਰਨ। ਚਾਚੇ ਜਿਸ ਤਰ੍ਹਾਂ ਦੇ ਵੀ ਹੋਵਣ ਉਹ ਬੁਰੇ ਨਹੀਂ ਹੁੰਦੇ। ਜਦੋਂ ਤੁਹਾਡੇ ਵੱਲੋਂ ਕੋਈ ਉਹਨਾਂ ਨੂੰ ਸ਼ਿਕਾਇਤ ਹੋਵੇ ਦੀ ਤੇ ਫਿਰ ਉਹ ਨਾਰਾਜ਼ ਹੁੰਦੇ ਨੇ ਕਿਸੇ ਗੱਲ ਤੋਂ, ਤੇ ਚਾਚਿਆਂ ਨਾਲ ਤਾਇਆਂ ਨਾਲ ਅੱਛਾ ਸਲੂਕ ਰੱਖਣ ਦੀ ਕੋਸ਼ਿਸ਼ ਕਰਨੀ ਹੈ। ਅੱਬੂ ਜਦੋਂ ਫੌਤ ਹੋ ਜਾਵਣ ਤੇ ਅੱਬੂ ਤੋਂ ਬਾਅਦ ਇਹ ਜਿਹੜੇ ਚਾਚੇ ਹੁੰਦੇ ਨੇ ਇਹ ਵਾਲਦੈਨ ਦਾ ਸਾਇਆ ਜਿਹੜਾ ਇਹ ਦਿੰਦੇ ਨੇ, ਤੇ ਵਾਲਦੈਨ ਦਾ ਸਾਇਆ ਚਾਚਿਆਂ ਕੋਲੋਂ ਲੈਣ ਵਾਸਤੇ ਸਾਨੂੰ ਵੀ ਉਹਨਾਂ ਦੇ ਨਾਲ ਅੱਛਾ ਸਲੂਕ, ਅੱਛਾ ਵਰਤਾਓ ਕਰਨਾ ਚਾਹੀਦਾ। ਲੋ इन अल्फाज नाल इजाजत चाहवां। अगर वीडियो अच्छी लगी है तो अगे लाजमी शेयर कर देना। अस्सलामु अलैकुम व रहमतुल्लाह।